ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਬੈਰਾਗਣੋ ਮਹਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉ ਮਿਲੈ, ਕਰ ਕਿਰਪਾ ਹਰ ਮਿਲਿਆ। ਮੇਰਾ ਸਤਿਗੁਰ ਪੂਰਾ, ਇਸ ਪੁਨੀ ਜਨ ਕੇਰੀਆਂ ਲੈ ਸਤਿਗੁਰ ਤੂਰਾ। ਹਰ ਭਗਤ ਦ੍ਰਿੜਾਵੈ, ਹਰ ਭਗਤ ਸੁਣੈ। ਤਿਸ ਸਤਿਗੁਰ ਮਿਲੀਐ, ਟੋਟਾ ਮੂਲ ਨਾ ਆਵਈ। ਹਰ ਲਾਭ ਨਿਤ ਦ੍ਰਿੜੀਐ, ਜਿਸ ਕੋ ਹਿਰਦੈ ਵਿਗਾਸ ਹੈ। ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਧਰੈ। ਹਰ ਗੁਣ ਗਾਵਾਈ, ਜਿਸ ਕੋ ਹਿਰਦੈ ਵਿਗਾਸ ਹੈ। ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਧਰੈ। ਹਰ ਗੁਣ ਗਾਵਾਈ। ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ।
ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗੋ। ਨਾਨਕ ਠੱਗਿਆ ਮੁੱਠਾ ਜਾਏ, ਬੈਣ ਨਾਵੈ ਪਤ ਗਿਆ ਗਵਾਏ। ਸਤਿਗੁਰੂ ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਉਹ ਪੁਰਸ਼ ਜੀਵਿਆ ਹੈ ਜਿਸ ਦੇ ਮਨ ਦੇ ਵਿੱਚ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਨਾਮ ਵਸਿਆ। ਆਖਾਂ ਜੀਵਾਂ ਵਿਸਰੈ ਮਰ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਬੈਠਾ ਹੈ, ਜਿਸ ਦਾ ਮਨ ਜਪਦਾ ਹੈ ਸੋ ਜੀਵਤ ਹੈ। ਨਾਨਕ ਅਵਰ ਨਾ ਜੀਵੈ ਕੋਈ। ਸਤਿਗੁਰੂ ਫਰਮਾਉਂਦੇ ਨੇ ਭਾਵੇਂ ਜਗਤ ਜਿਉਂਦਾ ਸਵਾਸ ਲੈਂਦਾ ਹੈ, ਪਰ ਉਹ ਜਿਉਂਦਾ ਨਹੀਂ ਆਖਿਆ ਗੁਰਦੇਵ ਨੇ। ਨਾਨਕ ਅਵਰ ਨਾ ਜੀਵੈ ਕੋਏ, ਔਰ ਕੋਈ ਜਿਉਂਦਾ ਹੀ ਨਹੀਂ। ਕਿਉਂਕਿ ਜੋ ਜਪਦਾ ਹੀ ਨਹੀਂ ਉਹ ਮ੍ਰਿਤਕ ਦੀ ਨਿਆਈ ਹੈ। ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ, ਉਹ ਤਾਂ ਮ੍ਰਿਤਕ ਦੀ ਨਿਆਈ। ਜੇ ਪ੍ਰੀਤ ਹੀ ਨਹੀਂ, ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਨਹੀਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਜੀਵੈ ਪਤ ਲੱਥੀ ਜਾਏ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਜੇਕਰ ਪੁਰਸ਼ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਜਿਉਂਦਾ ਵੀ ਹੈ ਤਾਂ ਅੰਤ ਨੂੰ ਇੱਜ਼ਤ ਗਵਾ ਕੇ ਹੀ ਜਾਂਦਾ ਹੈ। ਪਤ ਸੰਯੁਗ ਤੋਂ ਦਰਗਾਹ ਨੂੰ ਨਹੀਂ ਜਾਂਦਾ। ਮੰਨ ਲਈਏ ਕਿ ਜਿਉਂਦਾ ਹੈ, ਬੜੇ ਪਦਾਰਥ ਸੁੱਖ ਰਸ ਭੋਗ ਭੋਗਦਾ ਹੈ, ਪਰ ਪਾਤਸ਼ਾਹ ਫਰਮਾਉਂਦੇ ਨੇ ਅੰਤ ਵੇਲੇ ਇੱਜ਼ਤ ਪਤ ਗਵਾ ਕੇ ਜਾਂਦਾ ਹੈ। ਪਤ ਸੰਯੁਗ ਤੋਂ ਦਰਗਾਹ ਨੂੰ ਨਹੀਂ ਜਾਂਦਾ। ਜੇ ਜੀਵੈ ਪਤ ਲੱਥੀ ਜਾਏ। ਸਭ ਹਰਾਮ ਜੇਤਾ ਕਿਛ ਖਾਏ। ਜਗਤ ਦੇ ਮਾਲਕ ਗਰੀਬ ਨਵਾਜ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ ਜੋ ਕੁਝ ਵਸਤੂ ਖਾਂਦਾ ਵੀ ਹੈ, ਬੜੇ ਪਦਾਰਥ ਰਸ ਭੋਗ ਵੀ ਭੋਗਦਾ ਹੈ, ਇਹ ਕੀ ਨੇ? ਇਹ ਸਭ ਪਾਪ ਰੂਪ ਨੇ। ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਸਭ ਖਰਾਬ ਹੈ। ਜੋ ਖਾਂਦਾ ਹੈ, ਜੋ ਰਸ ਭੋਗਦਾ ਹੈ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ। ਰਾਜ ਦਾ ਆਨੰਦ, ਮਾਲ ਦਾ ਆਨੰਦ, ਇਹਨਾਂ ਪਦਾਰਥਾਂ ਦੇ ਪ੍ਰੇਮ ਵਿੱਚ ਰਤਿਆ ਹੋਇਆ ਨੰਗ ਨਾਚ ਰਿਹਾ ਹੈ। ਉਹ ਪਤ ਸੰਯੁਕਤ ਨਹੀਂ, ਉਹ ਨੰਗ ਨਾਚ ਰਿਹਾ ਹੈ ਸਦਾ। ਇਹਨਾਂ ਦੇ ਪ੍ਰੇਮ ਦੇ ਵਿੱਚ ਰਤਿਆ ਹੋਇਆ। ਪਰ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਠੱਗਿਆ ਮੁੱਠਾ ਜਾਏ, ਦਿਨ ਨਾਵੈ ਪਤ ਗਿਆ ਗਵਾਏ। ਗੁਰੂ ਨਾਨਕ ਦੇਵ ਮਹਾਰਾਜ ਪਾਵਨ ਬਚਨ ਕਹਿੰਦੇ ਨੇ, ਪਿਆਰਿਓ ਠੱਗ ਨੇ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਠੱਗਿਆਂ ਕਰਕੇ ਉਹ ਠੱਗਿਆ ਗਿਆ। ਨਾਨਕ ਠੱਗਿਆ ਮੁੱਠਾ ਜਾਏ। ਇਹਨਾਂ ਠੱਗਿਆਂ ਨੇ
ਇਹਨਾਂ ਠੱਗਾਂ ਨੇ ਉਸ ਨੂੰ ਠੱਗ ਲਿਆ, ਕੰਗਾਲ ਗਰੀਬ ਕਰ ਦਿੱਤਾ। ਕੋਈ ਸ਼ੁਭ ਗੁਣ ਇਸ ਤਨ ਰੂਪੀ ਧਰਤੀ ਵਿੱਚ ਇਹਨਾਂ ਠੱਗਾਂ ਨੇ ਰਹਿਣ ਨਹੀਂ ਦਿੱਤਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇੱਜ਼ਤ ਪੱਤ ਗਵਾ ਕੇ ਗਿਆ, ਕੋਈ ਲਾਹਾ ਨਾ ਲਿਆ ਇਸ ਜਨਮ ਦਾ, ਫਿਰ ਦੁਨੀਆ ਵਿੱਚ ਪੈ ਗਿਆ ਸਜ਼ਾਵਾਂ ਦੁੱਖ ਭੋਗਦਾ। ਮਹਲਾ ਪਹਿਲਾ, ਕਿਆ ਖਾਧੈ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ। ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਕਿਆ ਖਾਧੈ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ। ਜਾਂ ਮਨ ਦੇ ਵਿੱਚ ਸੱਚਾ ਪ੍ਰਮਾਤਮਾ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਉਸ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ, ਤਾਂ ਪਦਾਰਥਾਂ ਦੇ ਖਾਣੇ ਨਾਲ ਕੀ ਹੋਵੇਗਾ, ਵਸਤਰਾਂ ਦੇ ਪਹਿਨਣੇ ਨਾਲ ਕੀ ਹੋਵੇਗਾ। ਪਾਤਸ਼ਾਹ ਫਰਮਾਉਂਦੇ ਨੇ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। मेवा है तो क्या है, घ्यो क्या गुड़ आदि मिठा की, मैदा की मांस की, क्या कपड़ क्या सेज सुखाली की जह भोग विलास। पातशाह फरमाउंदे ने, उत्तम वस्त्र प्राप्त हो गए कोई वड्डी गल नहीं, सेज सुखां वाली मिल गई कोई वड्डी गल नहीं, अनेक प्रकार के भोग विलास कर ले तो की होया। पातशाह कहते ने ये कोई वड्डी गल नहीं, कोई वड्डे मरातबे नहीं ले लए। क्या कपड़ क्या सेज सुखाली की जह भोग विलास, क्या लश्कर क्या नेव खवासी, आवे महली वास। बहुत लश्कर तो की है, ਚੌਬਦਾਰ ਟਹਿਲ ਵਾਲੇ ਚੌਂਕੀਦਾਰ ਆਦਿ ਮਹੱਲਾਂ ਦੇ ਵਿੱਚ ਵਸਣ ਪ੍ਰਾਪਤ ਹੋਵੇ ਤਾਂ ਕੀ ਹੈ। ਪਰ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੱਚੇ ਨਾਮ ਵਿਣ ਸਭੇ ਢੋਲ ਵਿਨਾਸ਼। ਗੁਰੂ ਨਾਨਕ ਦੇਵ ਮਹਾਰਾਜ ਪਾਵਨ ਬਚਨ ਕਹਿੰਦੇ ਨੇ, ਪਿਆਰਿਓ ਸੱਚੇ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਸਾਰੇ ਪਦਾਰਥਾਂ ਦੇ ਸਮੁਦਾਏ ਨਾਸ ਹੋਣ ਵਾਲੇ ਨੇ। ਇਹ ਸਦੀਵੀ ਰਹਿਣ ਵਾਲੇ ਨਹੀਂ ਕਿ ਸਦੀਵੀ ਰਹਿਣਗੇ ਪਦਾਰਥ, ਸੁੱਖ ਆਰਾਮ ਭੋਗ ਵਸਤਰ ਆਦਿਕ ਤੇਰੇ ਸਭ ਨਾਸ ਹੋ ਜਾਵਣ। ਇੱਕ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ। ਪਾਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ। ਜਗਤ ਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਸਤਿਗੁਰੂ ਆਪ ਉੱਤਮ ਜਾਤੀ ਵਾਲੇ ਅਵਸ਼ ਅਭਿਮਾਨੀ ਹੁੰਦੇ ਹੋ, ਇਹ ਤੇ ਨਰਕਗਾਮੀ ਹੁੰਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਹਿਣ ਲੱਗੇ, ਜਾਤੀ ਦੈ ਕਿਆ ਹੱਥ ਸੱਚ ਪਰਖੀਐ। ਜਾਤੀਆਂ ਦੇ ਅਖਤਿਆਰ ਕਿਆ ਹੈ ਕਿ ਉੱਤਮ ਜਾਤੀ ਨੀਚ ਜਾਤੀ ਆ, ਪਰ ਲੋਕ ਵਿੱਚ ਤਾਂ ਸੱਚੇ ਨਾਮ ਦੀ ਭਾਈ ਪ੍ਰੀਖਿਆ ਹੁੰਦੀ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੈ, ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ। ਮੋਹਰਾ ਹੋਵੈ ਹੱਥ ਮਰੀਐ ਚੱਖੀਐ। ਕਿਉਂਕਿ ਜ਼ਹਿਰ ਕਿਸੇ ਦੇ ਹੱਥ ਵਿੱਚ ਵੀ ਪਕੜੀ ਹੋਵੇ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਪਾਤਸ਼ਾਹ, ਜ਼ਹਿਰ ਕਿਸੇ ਦੇ ਹੱਥ ਵਿੱਚ ਵੀ ਪਕੜੀ ਹੋਵੇ, ਭਾਵੇਂ ਉਹ ਰਾਜਾ ਕਿਉਂ ਨਾ ਹੋਵੇ, ਮੰਗਤਾ ਕਿਉਂ ਨਾ ਹੋਵੇ, ਤਾਂ ਮਰੀਦਾ ਨਹੀਂ ਹੈ। ਜੇਕਰ ਜ਼ਹਿਰ ਨੂੰ ਖਾਈਏ ਤਾਂ ਮਰ ਜਾਈਦਾ। ਹੱਥ ਵਿੱਚ ਕਿਸੇ ਦੇ ਪਕੜੀ ਹੋਵੇ, ਇੰਜ ਮਰ ਨਹੀਂ ਜਾਈਦਾ। ਜੇ ਉਸਨੂੰ ਚੱਖਾਂਗੇ ਖਾਵਾਂਗੇ ਤਾਂ ਮਰਾਂਗੇ। ਭਾਵੇਂ ਕਿ ਉੱਤਮ ਜਾਤੀ ਵਿਵੇਕੀਆਂ ਨੂੰ ਦੁਖਦਾਈ ਨਹੀਂ ਹੈ ਕਿ ਰੱਬ ਦੇ ਜਨਾਂ ਨੂੰ, ਜੋ ਫਕੀਰ ਮਹਾਤਮਾ ਕਿ ਉੱਤਮ ਜਾਤ ਵਿੱਚ ਹੋਏ, ਉਹਨਾਂ ਨੂੰ ਕੋਈ ਦੁਖਦਾਈ ਨਹੀਂ ਉੱਤਮ ਜਾਤ। ਜੇਕਰ ਅਭਿਮਾਨ ਕਰੀਏ ਤਾਂ ਦੁਖਦਾਈ ਹੈ।
जे हंकार विच हो जाइए कि असीं उत्तम जाति दे, मोहरा होवे खत मरिए चखीए, सच्चे की सरकार जुग जुग जानिए, हुक्म मने सिरदार दर दी बाणीए। सच्चे वाहे गुरु दी कार जीवां दे सिर पर जुगां जुगां विच जानी जाती है कि परमेश्वर दी कार, परमेश्वर दा हुक्म सबना दे सिर ते है। जो परमेश्वर दा हुक्म मनदे ने सो दीवान विच पहुँच जाते। जो राजा दे हुक्म अनुसार फौज की प्रवृत्ति हुंदी, पातशाह फरमाउंदे ने फरमानी है कार खसम पठाया, अबल बाज विचार शब्द सुनाया। जप तप दी कार परमेश्वर ने वेद दे विच फरमाई है कि भाई जप तप दी कार करो। और जो गुरु वास्ते खसम ने घोड़ा भेजिया ते हुक्म रूप घोड़े पर सवार होके गुरु अगारा बजावन वाले ने विचार रूपी शब्द उपदेश सुनाया। समर्थ गुरु ने बख्शिश की। एक होंदे असवार एक ना साखती, एक नी बदे भाव एक ना ताखती। पातशाह फरमाउंदे ने एक होए असवार एक ना साखती, एक ना बधै भार एक ना ताखती। एक निध आसन रूप घोड़े पर असवार हो गए, एक ना ने तैयारी कर ली, मनन कर लगे, और एक ना ने सलीते बंध ले सरवण करन लग गए। एक ना ने सरੂਪ ਵਿੱਚ ਵਿਰਤੀ ਦਾ ਪ੍ਰਵਾਹ रूप दौड़ना किया। एक ना ने भार बधे निष्काम कर्म किए। उन्हां एक ना की साखती चतुष्टे साधना विच प्रवृत्ति हुई। ਉਹੀ एक असवार होए और सरवण मनन निध्यासन विच स्थित होए। उन्हां ही एक ना की दौड़ना ਸਰੂਪ विच प्राप्त होए। सलोक महला पहला जा पक्का ता कटिया, रही सो पल्लरवाड़। सण की सारा चिट्ठिया कण लिया धन चाड़। जगत गुरु गुरु नानक देव महाराज जी पावन उपदेश दिंदे ने, खेती दे दृष्टांत करके समझाउंदे ने। पातशाह जा पक्का तां कटिया, रही सो पल्लरवाड़। सण की सारा चिट्ठिया कण लिया तन झाड़। जिस समय अनाज पक जाता तां किसान ने कट लिया उस अनाज नूं। खेत की जो वाड़ सी सो खाली रह जाती, सो अनाज गाह लिया, चिट्ठे आ गया, उस दे नालों दाना अनाज जुदा कर लिता जाता है। दोए पुड़ चक्की जोड़ कै पीसण आए बघट, जो दर रहे सो उबरे नानक अजब डिठ। गुरु नानक पातशाह फरमाउंदे ने दाणियां नूं जुदा कर लिया, फोक अड रह गया। फिर चक्की विच दाणे पीसे जाते हैं। दोए पुड़ चक्की जोड़ के पीसण आए बहठ। दोए पुड़ चक्की दे जोड़ के पीसण आके बह गए। जो दरम्यान कीली साथ दाणे किली दे नाल जो लगे रहिंदे ने, वो पीसणे तो बच जाते हैं। वो दलिया तो फाड़ आटा नहीं, जो किली विचाले है पुड़ ते। पातशाह फरमाउंदे नहीं भाई असीं आश्चर्य देखे आ
कि दो दाने किली दे साथ वो साबत रह गए। दोए पुड़ चक्की जोड़ के पीसन आए वह हेठ, जोदा रहे सो उभरे नानक अजब डिठ। बड़ा आश्चर्य कौतक देखे कि जो दाने किली दे साथ रह गए वो साबत रह गए। जिवें बाबा जी ने बख्शीशां करनियां, धन धन बाबा ईसर सिंह महाराज जी ने भाई किली है गुरु नानक दे चरण, जो लग्या रहेगा बच जाएगा, जो चरणा तो बाहरा होया दलिया दफाड़े अट। तो सतगुरु फरमाउंदे ने जब जीव का शरीर बिरध हुंदा है, यही पकना है, तब कटिया गया जमदूतां ने प्राणा का वियोग कर लिया। तब खाली वाड़ वत जो संबंधियां की पंक्ति एक खाली वाड़ की तरह होंदी है। जिमींदार वाड़ है वह खाली रह जाती है। सो रह गई इंद्रियां दे सहित जीव नूं मारिया कि अंग अंग कुटिया गया। तन रूपी नाली से लिंग सीर निकाल ले। दो चक्की दे पुड़ां वत अति कष्टदायक स्थानां विच प्राप्त कीता। जिवें चक्की विच दाणे पीसे जाते हैं, इस तरह फिर सजावां मिलदियां। जमदूत आके दुख देण लगे। जो इस लोक विच सतसंग रूपी किली दे साथ लगे रहे सी, जे सतसंग रूपी किली दे नाल लगे रहे, भाव सतपुरुषां दे सतसंगी सन, नाम जपदे सी, वो ऐसे दुखों तो बच जाते ने, उभर जाते हैं। उन्हां दे जमदूत नेड़े नहीं आउंदे। जमण वर्ण ना तिन को जो हर लड़ लागे, जीवत से प्रवान होए हर कीर्तन जाके। जमना ते मरना उन्हां दा नवित जो लड़ लगे गुरु नानक दे। पातशाह गुरदेव गुरु नानक देव महाराज जी दृष्टांत दे के समझाउंदे ने। महला पहला वेख जे मिठा कटिया, कट कुट बदा पाए। खुंडा अंदर रख के देन सो मल सजाए। सतगुरु पातशाह गुरु नानक देव महाराज पावन उपदेश दिंदे ने, प्यारिया वेख तक ते विचार भी मिठा एक कटिया है, कट के जमीन पर ठोक के बन्ना पर पाके बंध दिता जाता है। कमाद गन्ना और बेलणियां दे विच रख के मल करके पहलवाना वत जो पुरुष ने सजावां दिंदे ने, पीड़दे ने गन्ने नूं। कैसियां सजावां दित्तियां जांदियां ने। गन्ने नूं पीड़िया जांदा है, रस निकलदा है। पातशाह फरमाउंदे ने रस कस टटर पाईए, तपै तैं विल लाए। पीसो फोग संभालीए, दिचै अग जलाए। तिसदा रस खिंच के कड़ाहे विच पाया जाता है। इलां कोलू दे विच आद पीड़िया जाता, रस खिंच के कड़ाहे विच पाया जाता। टट्टर किसी देश में कड़ाहे का नाम है, विच पड़ के तपदा है और सूं सूं शब्द भी करता है। तपै तै बिल लाए, मानो बरलाप करता है। यही बरलाप है, रुदन दे शब्द का नाम बरलाप। उसका फोग भी जिसका रस निकल लिया संभाल के रखिया जाता है, अजाई नहीं जाता। अग्नि विच उसनूं भी जालिया जाता है जो फोग है गन्नियां दा। नानक मिठै पतरीए, वेखो लोकां आए। गुरु नानक देव महाराज पावन बचन कहते ने, प्यारिओ मिठे दा पतियावा जो पुत्रां वाला है। मिठे दा पतियावा पुत्रां वाला, जैसी पत रही जैसी कमाद दी बेजती हुई। सो ये लोगों आन के देखो, नानक मिठा पतरी है, वेखो लोकां आए।
ਜੋ ਅਗਿਆਨੀ ਪੁਰਸ਼ ਸੰਬੰਧੀਆਂ ਨੂੰ ਮਿੱਠਾ ਪਿਆਰਾ ਭਾਸਦਾ ਸੀ, ਸਭ ਜਮਦੂਤਾਂ ਨੇ ਪ੍ਰਾਣਾਂ ਦਾ ਵਿਜੋਗ ਕੀਤਾ। ਅਟ ਕੇ ਪਾਪੀ ਜੀਵ ਨੂੰ ਬੰਨ੍ਹ ਲਿਆ। ਕਠਿਨ ਸਥਾਨਾਂ ਵਿੱਚ ਰੱਖ ਕੇ ਮੱਲ ਜੋ ਬਲੀ ਜਮਦੂਤ ਸਜ਼ਾਵਾਂ ਦਿੰਦੇ ਨੇ। ਇਸ ਰੂਪ ਜੋ ਲਿੰਗ ਸੀਸ ਤੋਂ ਤਪਾਵਣੇ ਵਾਸਤੇ ਤਪਤ ਕੜਾਹਿਆਂ ਵਿੱਚ ਪਾਇਆ ਜਾਂਦਾ, ਤਬ ਕੜਾਹੇ ਤਪਦੇ ਨੇ, ਤਬ ਜੀਵ ਰੋਂਦਾ ਵਰਲਾਪ ਕਰਦਾ। ਸੰਬੰਧੀ ਅਹਿਸਾਸ ਸਰੀਰ ਨੂੰ ਸੰਭਾਲ ਲੈਂਦੇ ਨੇ, ਅਗਨੀ ਵਿੱਚ ਜਲਾ ਦਿੰਦੇ ਨੇ, ਦਬਾਵਣੇ ਵਾਲੇ ਦਬਾ ਦਿੰਦੇ ਨੇ। ਮਿੱਠੇ ਇੱਕ ਵੱਤ ਜੋ ਜੀਵ ਸੰਸਾਰ ਵਿੱਚ ਪੱਤਾਂ ਵਾਲਾ, ਬਹੁਤ ਪਰਿਵਾਰ ਵਾਲਾ, ਜੈਸੀ ਇੱਜ਼ਤ ਵਾਲਾ ਸੀ, ਜੈਸੀ ਇੱਜ਼ਤ ਰਹੀ, ਭਾਵ ਸੇ ਬੇਇੱਜ਼ਤ ਹੋਇਆ। ਇਹ ਲੋਕੋ ਪਤਿਆਵਾ ਵੇਖ ਲਵੋ ਕਿ ਤੁਸੀਂ ਸ਼ਾਸਤਰ ਦੁਆਰਾ ਜੀਵਾਂ ਦਾ ਹਾਲ ਸਮਝ ਲਵੋ ਕਿ ਮਨੁੱਖ ਦਾ ਐਸਾ ਹਾਲ ਹੁੰਦਾ ਹੈ। ਪਾਵੜੀ ਇੱਕ ਨਾ ਮਰਨ ਨਾ ਚਿਤ ਆਸ ਕਣੇਰਿਓ। ਇੱਕ ਪੁਰਸ਼ਾਂ ਨੂੰ ਮਰਨਾ ਯਾਦ ਨਹੀਂ, ਆਸਾਂ ਬਹੁਤ ਰੱਖਦੇ। ਮਰਨਾ ਕਦੇ ਯਾਦ ਨਹੀਂ ਰੱਖਿਆ ਕਿ ਮਰਨਾ ਵੀ ਹੈ। ਹੁਣ ਜਵਾਨੀ ਚਲੀ ਗਈ, ਵਡੇਪਾ ਆ ਗਿਆ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ, ਪਰ ਮਨੁੱਖ ਮਰਨਾ ਭੁਲਾ ਦਿੰਦਾ। ਮਰ ਮਰ ਜੰਮਹਿ ਨਿਤ ਕਿਸੈ ਨਾ ਕੀਰਿਆ, ਆਪ ਨੜੈ ਮਨ ਚਿਤ ਕਹਿਨ ਚੰਗੇਰਿਆ। ਇਹ ਤਾਂ ਪ੍ਰਤੀ ਵਾਰ ਜਨਮਦਾ ਮਰਦਾ ਕਿਸੀ ਗੁਰੂ ਪੀਰ ਦਾ ਨਾ ਹੋਇਆ। ਆਪਣੇ ਮਨ ਵਿੱਚ ਚੰਗੇ ਚਿੱਤ ਵਧੇ, ਆਪਣੇ ਆਪ ਚੰਗੇ ਹੀ ਕਹਿੰਦੇ ਨੇ। ਆਪ ਨੜੈ ਮਨ ਚਿੱਤ ਕਹਿਨ ਚੰਗੇਰਿਆ, ਮੈਂ ਚੰਗਾ ਖਾਂਜ ਖਾਂਜ। ਜਮ ਰਾਜੈ ਨਿਤ ਨਿਤ ਮਨ ਮੁਖ ਹੇਰਿਆ, ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ। ਤਿੰਨ ਮਨ ਮੁਖਾਂ ਨੂੰ ਧਰਮ ਰਾਜ ਨੇ ਨਿਤ ਨਿਤ ਮਾਰਨੇ ਨੂੰ ਦੇਖਿਆ ਕਿ ਇਹਨਾਂ ਨੂੰ ਸਜ਼ਾਵਾਂ ਦਵਾਂ, ਮਾਰਾਂ। ਇਹਨਾਂ ਨੇ ਮੇਰੇ ਹੁਕਮ ਨੂੰ ਨਹੀਂ ਮੰਨਿਆ, ਪਰਮੇਸ਼ਰ ਦੇ ਨਾਮ ਨੂੰ ਜਪਿਆ ਨਹੀਂ, ਸ਼ੁਕਰਾਨਾ ਨਹੀਂ ਕੀਤਾ। ਕਿਰਤ ਕਰਨ ਨੇ ਕਿ ਮਨਮੁਖ ਨਿਮਕ ਹਰਾਮਾਂ ਨੇ ਪਰਮੇਸ਼ਰ ਦਾ ਉਪਕਾਰ ਕੀਤਾ ਹੋਇਆ ਜਾਣਿਆ ਨਹੀਂ। ਬੱਧੇ ਕਰਨ ਸਲਾਮ ਖਸਮ ਨਾ ਪਾਣਿਆ, ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ। ਜੋ ਬੱਧੇ ਹੋਏ ਨਮਸਕਾਰ ਕਰਦੇ ਨੇ, ਸੋ ਖਸਮ ਪਰਮੇਸ਼ਰ ਨੂੰ ਭਾਈ ਉਹ ਭਾਵਦੇ ਨੇ। ਭਾਵ ਇਹ ਕਿ ਜੋ ਕਸ਼ਟ ਵਿੱਚ ਜਾਂ ਕਿਸੇ ਕਾਰਨ ਕਰਕੇ ਜਪਦੇ ਨੇ ਪਰਮੇਸ਼ਰ ਨੂੰ, ਸੋ ਮੋਖ ਦੇ ਭਾਗੀ ਨਹੀਂ ਬਣਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਬੱਧੇ ਕਰਨ ਸਲਾਮ ਖਸਮ ਨਾ ਭਾਣੇ ਆ, ਫਿਰ ਪਰਮੇਸ਼ਰ ਨੂੰ ਭਾਏ ਨਹੀਂ ਹੋ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ, ਤੇ ਮੁਖ ਵਿੱਚ ਸੱਚਾ ਨਾਮ ਉਹ ਪਰਮੇਸ਼ਰ ਨੂੰ ਭਾ ਜਾਵਣਗੇ। ਕਰ ਸਨ ਤਖਤ ਸਲਾਮ ਲਿਖਿਆ ਪਾਵਸੀ। ਸਰੂਪ ਤਖਤ ਨੂੰ ਸਲਾਮ ਕਰਨਗੇ ਕਿ ਸਰੂਪ ਨੂੰ ਦੇਖਣਗੇ। ਇਹ ਸ਼ਾਸਤਰ ਵਿੱਚ ਲਿਖਿਆ ਹੈ, ਜੋ ਪਰਮੇਸ਼ਰ ਨੂੰ ਭਾਈ ਪਾਵਣਗੇ ਜੋ ਨਾਮ ਜਪਦੇ ਨੇ। ਕਾਰੂ ਦੇਸ਼ ਵਿੱਚ ਮੂਰਖ ਸਰੇਵੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਤਣੇ ਦੀ ਮਨਸਾ ਕਰਕੇ ਆ ਗਏ ਕਿ ਅਸੀਂ ਜਿੱਤਾਂਗੇ। ਬੜੀਆਂ ਵਿਚਾਰਾਂ ਕੀਤੀਆਂ, ਕੁਝ ਤੋਂ ਕੁਝ ਕਹਿਣ ਲੱਗੇ, ਹਾਰ ਕੇ ਚਲੇ ਗਏ। ਅੰਤੋਂ ਗੁਰੂ ਜੀ ਦਾ ਉਪਦੇਸ਼ ਧਾਰਨਾ ਕੀਤਾ। ਪਿੱਛੇ ਸੇ ਮਰਦਾਨੇ ਤੇ ਭਾਈ ਬਾਲੇ ਨੇ ਕਿਹਾ, ਪਾਤਸ਼ਾਹ ਸਰੇਵੜੇ ਮੂਰਖ ਕੈਸੇ ਖੋਟੇ ਬਚਨ ਬੋਲਦੇ ਰਹੇ, ਨਾ ਜਿੱਤ ਸਕੇ ਨਾ ਆਪਦੇ ਬਚਨ ਮੰਨ ਸਕੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਰਵਾਬ ਵਜਾ ਬਾਣੀ ਆਈ ਹੈ। ਸਤਿਗੁਰਾਂ ਨੇ ਉੱਥੇ ਫਿਰ ਸ਼ਬਦ ਗਾਇਨ ਕੀਤਾ। ਸਲੋਕ ਮਹਲਾ ਪਹਿਲਾ, ਮੱਛੀ ਤਾਰੂ ਕਿਆ ਕਰੇ,
पंखी क्या आकाश। मच्छी जल का क्या कर सकती कि अंत नहीं पा सकती, पंखी ने क्या आकाश का अंत पा लेना। पत्थर पाला क्या करे, खुसरे क्या घरवास। पत्थर नूं पाला की करे, खुसरे ने घरवास क्या करना। कुत्ते चंदन लाइए भीसो कुत्ती तात। कुत्ते नूं चंदन ला दईए तो भी वह कुत्ती दा असली है, तो भी कुत्तियां की तरफ ही दौड़े। कुत्ते की विंध कुत्ते का कुत्ता ही रहिंदा, कुत्तियां वाली धावनी रहिंदी है, मंद स्थानां विच परविरतदा है। बोला जे समझाईए पढ़िए है सिमरत पाठ। जेकर सिमरतियां का पाठ पढ़ के बोले नूं समझाइए तो सुन के समझदा नहीं, वो बोला है नहीं समझेगा। अंधा चानण रखिए दीवे बलह पचास। गुरु नानक देव महाराज जी कहन लगे मरदानिया, जो अंधा है तो इसनूं जहाँ 50 दीवे भी बाल के उसके अगे रख दईए, ये चानण विच रखिए तो भी उसनूं नहीं दिखेगा। चौने सोए ना पाईए चुन चुन खावै घास। गऊआं दे समुदाय नूं जेकर घाह सोना ला के पा दईए तब चुन चुन के गऊआं घास नूं ही खावणगे, सोना नहीं खांदे। लोहा मारन पाईए ढह ना होए कपास। लोहे नूं कपास वत मारने लकड़ी के साथ झमन पईए तो नरम नहीं होगा। भावे कि जैसे कपास नूं झमनी के साथ मार के नरम कर लेंदे तैसे लोहा नहीं होगा। जेकर लोहे विच मसाले पाइए तो भी ढह के कपास नहीं होगा। नानक मूर्ख एह गुण बोले सदा विनाश। पातशाह फरमाउंदे ने मूर्ख विच ये सब मंद गुण हुंदे ने जो सतगुरां ने बयान कीते। इन्हां विच जो असालता है गऊ दे सवरण दा ना ग्रहण वत, सो सब असाल पुणे मूर्ख विच हुंदे ने। तो विघनकारी वाक परंतु पत्थर पालिया दृष्टांता वत कुछ नहीं कर सकता। महला पहला केहा कंचन टुटै सार। अग्नि गंढ पाए लोहार। जेकर कांसी स्वर्ण सोना टुट जाए तो सुनियार लखार ठठियार अग्नि करके गंढ पा लेंदे। केहा कंचन टुटै सार। अग्नि गंढ पाए लोहार। गोरी सेती टुटै पतार। पुत्ती गंढ पवै संसार। इस्त्री के साथ जेकर भरता टुट जाए तब संसार में पुत्रां करके फिर गंढ पै जाती है। टूटन दो प्रकार का होंदा, एक जीवदे एक मर के। राजा मंगै दितै गंढ पाए। भुखिया गंढ पवै जा खाए। राजा मंगै दितै गंढ पाए। भुखिया गंढ पवै जा खाए। जेकर राजा कुछ मंग लवे तब देने से गंढ पै जाता है, बलाप हुंदा। भुखिया प्राणा दा सुख साथ गंढ तां पैंदा जे कुछ खावे। काला गंढ नदियां मींह झोल। गंढ परीती मिठे बोल। दुकाल का
ਕਿ ਟੁੱਟੇ ਹੋਏ ਜੀਵਾਂ ਦਾ ਗੰਢ ਤਾਂ ਪੈਂਦਾ ਜੇਕਰ ਅਤੀ ਵਰਖਾ ਹੋਵੇ, ਨਦੀਆਂ ਉਛਲ ਕਰਕੇ ਚੱਲਣ। ਪ੍ਰੀਤ ਵਿੱਚ ਗੰਢ ਮਿੱਠੇ ਬੋਲਣ ਨਾਲ ਪੈਂਦਾ। ਵੇਦਾਂ ਗੰਢ ਬੋਲੇ ਸੱਚ ਕੋਇ, ਮੋਇਆ ਗੰਢ ਨੇਕੀ ਸਤ ਹੋਏ। ਜੋ ਕੋਈ ਸੱਚ ਬੋਲੇ ਉਸਦਾ ਵੇਦਾਂ ਦੇ ਸਾਥ ਗੰਢ ਪੈ ਜਾਂਦਾ। ਧਰਮ ਦਾ ਚਰਨ ਹੈ ਤੇ ਸੱਚ ਸਰਬ ਧਰਮ ਗ੍ਰਹਿਣ ਕਰਨ, ਭਾਵੇਂ ਕਿ ਧਰਮਾਤਮਾ ਵੇਦ ਸਿਧਾਂਤ ਨੂੰ ਪ੍ਰਾਪਤ ਹੁੰਦੇ ਨੇ। ਮੋਇਆ ਪੁਰਸ਼ਾਂ ਦਾ ਸੰਸਾਰ ਵਿੱਚ ਇਹੀ ਗੰਢ ਨੇਕੀ ਕੀਤੀ ਹੋਵੇ ਕਿ ਤਿਸ ਦਾ ਮਰਨੇ ਉਪਰੰਤ ਸੰਸਾਰ ਵਿੱਚ ਸਿਮਰਨ ਰਹਿੰਦਾ ਹੈ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹਿ ਮਾਰ। ਇਹਨਾਂ ਗੰਢਾਂ ਦੇ ਸਮੁਦਾਇ ਵਿੱਚ ਸੰਸਾਰ ਵਰਤਦੇ ਆ। ਮੂਰਖ ਦੀ ਉਪੇਖਿਆ ਕਰਨੀ ਸੀ ਤੇ ਮੁੱਖ ਵਿੱਚ ਕੁਝ ਪਾਵਣੇ ਤੇ ਚੁੱਪ ਰਹਿਣ ਕਰਕੇ ਸਲੋਤਰ ਆਦਿਕ ਮਾਰਨ ਕਰਕੇ ਮੂਰਖ ਤੇ ਗੰਢ ਪੈਂਦਾ। ਨਾਨਕ ਆਖੈ ਇਹੋ ਵਿਚਾਰ, ਸੈਭਤੀ ਗੰਢ ਪਵੈ ਦਰਬਾਰ। ਪਰਮੇਸ਼ਰ ਦੀ ਸਿਫਤ ਕਰਿਆ, ਪਰਮੇਸ਼ਰ ਦੇ ਗੁਣ ਗਾਇਆ, ਦਰਬਾਰ ਨਾਲ ਗੰਢ ਪੈ ਜਾਂਦੀ ਹੈ। ਪੌੜੀ ਆਪੇ ਕੁਦਰਤ ਸਾਜਕੈ, ਆਪੇ ਕਰੇ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ ਪਰਿਪੂਰਨ ਪਰਮਾਤਮਾ ਨੇ ਆਪਣੀ ਸ਼ਕਤੀ ਦੁਆਰਾ ਸ੍ਰਿਸ਼ਟੀ ਨੂੰ ਰਚਿਆ, ਸੁੰਦਰ ਜਗਤ ਦੀ ਰਚਨਾ ਕੀਤੀ, ਫਿਰ ਵਿਚਾਰ ਵੀ ਆਪ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ। ਸਤਿਗੁਰੂ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਖਰੇ ਖਜ਼ਾਨੇ ਪਾਈ ਹੈ ਖੋਟੇ ਸਟੀ ਹੈ ਬਾਹਰ ਵਾਰ। ਇੱਕ ਖੋਟੇ ਨੇ ਇੱਕ ਖਰੇ ਨੇ, ਆਪ ਹੀ ਸਭਨਾਂ ਨੂੰ ਪਰਖਣ ਵਾਲਾ ਪ੍ਰਮਾਤਮਾ ਹੈ। ਜੋ ਖਰੇ ਨੇ ਉਹ ਸਰੂਪ ਵਿੱਚ ਪਾਏ ਜਾਂਦੇ ਨੇ, ਉਹਨਾਂ ਨੂੰ ਮਿਲਾਇਆ ਜਾਂਦਾ ਹੈ। ਉਹ ਖੋਟੇ ਨਰਕ ਸਵਰਗ ਵਿੱਚ ਸੁੱਟੇ ਜਾਂਦੇ ਨੇ, ਰਾਸੀ ਵਿੱਚ ਭਟਕਦੇ ਨੇ ਜੋ ਖੋਟੇ। ਖੋਟੇ ਸੱਚੀ ਦਰਗਹਿ ਸੁੱਟੀ ਹੈ, ਕਿਸ ਆਗੈ ਕਰੇ ਪੁਕਾਰ। ਪਾਤਸ਼ਾਹ ਫਰਮਾਉਂਦੇ ਨੇ ਖੋਟੇ ਪੁਰਸ਼ਾਂ ਨੂੰ ਸੱਚੀ ਦਰਗਾਹ ਵਿੱਚ ਸੁੱਟਿਆ ਜਾਂਦਾ, ਤਿਆਗ ਦਿੱਤੇ ਜਾਂਦੇ, ਉਹ ਕਿਸੇ ਅੱਗੇ ਪੁਕਾਰ ਕਰਨ। ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਪਿਛੈ ਭਜ ਪਵਹਿ, ਏਹਾ ਕਰਨੀ ਸਾਰ। ਸਤਿਗੁਰ ਪਿਛੈ ਭਜ ਪਵਹਿ, ਏਹਾ ਕਰਨੀ ਸਾਰ। ਸਤਿਗੁਰੂ ਦੇ ਪਿੱਛੇ ਸ਼ਰਨ ਵਿੱਚ ਭੱਜ ਕਰਕੇ ਕਿਹਾ ਸੀਘਰ ਹੀ ਪੈ ਜਾਵੇ। ਭਾਵ ਗੁਰੂ ਦੇ ਚਰਨ ਪਾਸੇ ਗੁਰੂ ਦੀ ਸ਼ਰਨ ਲਵੇ। ਇਹ ਕਰਨੀ ਸਾਰ, ਇਹ ਉੱਤਮ ਕਰਨੀ ਸ੍ਰੇਸ਼ਟ ਹੈ, ਕਿਉਂਕਿ ਸਤਿਗੁਰੂ ਸਮਰੱਥ ਨੇ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਸਤਿਗੁਰੂ ਕੈਸੇ ਨੇ? ਸਤਿਗੁਰਾਂ ਨੇ ਕੌਡੇ ਰਾਖਸ਼ ਨੂੰ ਸੰਤ ਬਣਾ ਦਿੱਤਾ, ਸੱਜਣ ਠੱਗ ਨੂੰ ਤਾਰੇ, ਖੋਟਿਆਂ ਤੋਂ ਖਰੇ ਬਣਾਏ, ਬਲੀ ਗੰਧਾਰੀ ਨੂੰ ਤਾਰੇ, ਗੋਪਾਲਪੁਰ ਦੇ ਕੋਹੜੀ ਨੂੰ ਤਾਰਿਆ, ਅਨੇਕਾਂ ਨੂੰ ਤਾਰਿਆ। ਸਤਿਗੁਰ ਖੋਟਿਓਂ ਖਰੇ ਖਰੇ। ਸਤਿਗੁਰੂ ਦਾ ਜੋ ਉਪਦੇਸ਼ ਸਵਾਰਨ ਵਾਲਾ ਹੈ, ਸੋ ਖੋਟਿਆਂ ਨੂੰ ਖਰੇ ਕਰ ਦਿੰਦਾ। ਭਇਆ ਮੰਦੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਅਨੇਖਾ। ਕਿਉਂਕਿ ਪੂਰਨ ਗੁਰੂ ਮਿਲ ਗਿਆ, ਮੰਦੂਰ ਤੋਂ ਸੋਨਾ ਬਣ ਗਿਆ। ਇਹ ਪਾਤਸ਼ਾਹ ਫਰਮਾਉਂਦੇ ਨੇ
ਸੱਚੀ ਦਰਗਹਿ ਮੰਨੀਐਨ ਗੁਰ ਕੈ ਪ੍ਰੇਮ ਪਿਆਰ। ਜਿਨ ਪੁਰਸ਼ਾਂ ਦਾ ਮਨ ਤਨ ਗੁਰੂ ਦੇ ਪ੍ਰੇਮ ਦੇ ਪਿਆਰ ਵਿੱਚ ਹੈ, ਸੋ ਵਾਹਿਗੁਰੂ ਦੀ ਸਭਾ ਵਿੱਚ ਉਹ ਮਾਣ ਪਾਉਂਦੇ ਨੇ। ਗਣਤ ਤਿਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਜੋ ਕਰਤਾਰ ਨੇ ਪਰਮੇਸ਼ਰ ਨੇ ਆਪ ਬਖਸ਼ ਲਏ। ਤਿਨਾਂ ਦੇ ਕਰਮਾਂ ਦੀ ਗਿਣਤੀ ਕੋਈ ਕਿਆ ਕਰੇਗਾ, ਉਹਨਾਂ ਦੇ ਕਰਮਾਂ ਦੀ ਕੋਈ ਗਿਣਤੀ ਨਹੀਂ, ਕਿਉਂਕਿ ਵੱਡਾ ਸਮਰੱਥ ਪਰਮਾਤਮਾ ਉਹ ਆਪ ਬਖਸ਼ਣ ਖਾਰ, ਉਸਦੀ ਨਜ਼ਰ ਹੈ ਉਹਨਾਂ ਤੇ। ਗਣਤ ਤਿਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਜੋ ਕਰਤਾਰ ਨੇ ਬਖਸ਼ ਲਈ, ਉਹਨਾਂ ਦੀ ਗਿਣਤੀ ਕਿਸੇ ਨੇ ਕੀ ਕਰਨੀ ਹੈ, ਕੌਣ ਕਰੇਗਾ, ਕੋਈ ਵੀ ਨਹੀਂ, ਕਿਉਂਕਿ ਇੱਕ ਰੂਪ ਉਹ ਵਾਹਿਗੁਰੂ ਵਿਧਾਤਾ ਨਾਲ ਹੋ ਗਏ। ਸਲੋਕ ਮਹੱਲਾ ਪਹਿਲਾ, ਖਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾਰਾਇਆ। ਮੇਰਾ ਬਦ ਬਾਦਸ਼ਾਹ ਫਜੂ ਖੁਦਾਇਆ। ਬਾਦਸ਼ਾਹ ਫਰਮਾਉਂਦੇ ਨੇ, ਹਮ ਜੇਰ ਜਿਮੀ ਦੁਨੀਆ ਮੀਰਾ ਮਸਾਇਕਾ ਰਾਇਆ। ਮੇਰਾ ਬਦ ਬਾਦਸ਼ਾਹ ਅਫਜੂ ਖੁਦਾਇਆ। ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਪੀਰਾਂ ਦੇ ਸਮੁਦਾਇ, ਮਿਹਨਤ ਕਰਨ ਵਾਲੇ ਜੋ ਲੋਕ ਨੇ, ਜੋ ਰਾਜੇ ਨੇ, ਬਾਦਸ਼ਾਹਾਂ ਦੇ ਸਮੁਦਾਇ ਜ਼ਮੀਨ ਦੇ ਨੀਚੇ ਜਾਂਦੇ ਨੇ। ਹੇ ਖੁਦਾ ਬਾਕੀ ਤੂੰ ਹੀ, ਖਮ ਜੇਰ ਜਿਮੀ ਦੁਨੀਆ ਮੀਰਾ ਮਸਾਇਕਾ ਰਾਏ। ਸਭ ਖਾਕ ਵਿੱਚ ਮਿਲ ਜਾਂਦੇ ਨੇ। ਮੇਰਾ ਬੁੱਧ ਬਾਦਸ਼ਾਹ ਵਜੂ ਖੁਦਾਇਆ। ਆਖੇ ਖੁਦਾ ਬਾਕੀ ਇੱਕ ਤੂੰ ਹੀ ਹੈ। ਏਕ ਤੂੰ ਹੀ, ਏਕ ਤੂੰ ਹੀ, ਇੱਕ ਤੂੰ ਹੀ ਅਬ ਹੈ, ਇੱਕ ਤੂੰ ਹੀ ਪਿੱਛੇ ਸੀ, ਤਿੰਨਾਂ ਕਾਲਾਂ ਵਿੱਚ ਇੱਕ ਤੂੰ ਹੀ ਤੂੰ ਹੈ, ਕੋਈ ਦੂਜਾ ਨਹੀਂ। ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ। ਨਾ ਦੇਵ ਦਾਨਵਾ ਨਰਾ, ਦੇਵ ਤੇ ਦੈਨ ਮਨੁੱਖ ਇਹ ਵੀ ਸਤ ਨਹੀਂ ਹੈ, ਇਹ ਵੀ ਨਾਸ ਹੋ ਜਾਵਣਗੇ। ਨਾ ਦੇਵ ਦਾਨਵਾ ਨਰਾ, ਦੇਵ ਤੇ ਦੈਨ ਮਨੁੱਖ ਸਤ ਨਹੀਂ। ਨਾ ਸਿਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੋਈ, ਏਕ ਤੋਈ। ਔਰ ਨਾ ਸਿੱਧਕ ਹੈ, ਨਾ ਸਾਧਨਾ ਕਰਨ ਵਾਲੇ ਨੇ। ਪ੍ਰਿਥਵੀ ਵੀ ਸਤ ਨਹੀਂ, ਇੱਕ ਤੂੰ ਹੀ ਸਤ ਹੈ, ਦੂਸਰਾ ਕੌਣ? ਭਾਵੇਂ ਕਿ ਔਰ ਕੋਈ ਸਤ ਹੀ ਨਹੀਂ। ਏਕ ਤੂੰ ਹੀ, ਏਕ ਤੂੰ ਹੀ, ਤਿੰਨਾਂ ਕਾਲਾਂ ਵਿੱਚ ਇੱਕ ਤੂੰ ਹੀ ਤੂੰ ਹੈ, ਕੋਈ ਦੂਜਾ ਨਹੀਂ। ਮਹੱਲਾ ਪਹਿਲਾ, ਨਾ ਦਾਦੇ ਦਹਿੰਦ ਆਦਮੀ, ਇਨਸਾਫ ਦੇ ਦੇਣ ਵਾਲਾ ਆਦਮੀ ਨਹੀਂ। ਕਲ ਯੁਗ ਰਥ ਗਨ ਕਾ ਕੂੜ ਅਗੈ ਰਥਵਾ, ਰਥਵਾ ਹੀ ਕੂੜ ਹੈ। ਨਾ ਦਾਦੇ ਦਹਿੰਦੇ ਆਦਮੀ, ਇਨਸਾਫ ਦੇ ਦੇਣ ਵਾਲਾ ਆਦਮੀ ਨਹੀਂ। ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੋਈ, ਏਕ ਤੋਈ। ਇਸ ਲੋਕ ਵਿੱਚ ਤਾਂ ਕਿਹਾ ਜ਼ਮੀਨ ਕੇ ਨੀਚੇ ਸੱਤ ਜੋ ਪਤਾਲ ਨੇ, ਇਹਨਾਂ ਵਿੱਚ ਨਿਆਂ ਦੇ ਦੇਣ ਵਾਲਾ ਨਾਗ ਅਸਲਦਾਇਕ ਕੋਈ ਨਹੀਂ। ਇੱਕ ਤੂੰ ਹੀ ਹੈ, ਦੂਜਾ ਕੌਣ? ਆਦਿ ਵਿੱਚ ਇੱਕ ਤੂੰ ਹੀ ਸੀ, ਅੰਤ ਵਿੱਚ ਵੀ ਇੱਕ ਤੂੰ ਹੀ ਹੋਵੇਗਾ। ਮਹੱਲਾ ਪਹਿਲਾ,
ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੁਈ ਏਕ ਤੁਈ। ਨਾ ਸੂਰਜ ਨਾ ਚੰਦਰਮਾ ਦਾ ਅਸਥਾਨ, ਨਾ ਸੱਤਾਂ ਦੀਪ ਨਾ ਜਲ, ਉਹ ਪੌਣ ਪਾਣੀ ਅੰਨ ਸਥਿਰ ਕੋਈ ਨਹੀਂ। ਤਿੰਨਾਂ ਕਾਲਾਂ ਵਿੱਚ ਇੱਕ ਤੂੰ ਹੀ ਤੂੰ ਹੈ ਮੇਰੇ ਵਾਹਿਗੁਰੂ। ਮਹੱਲਾ ਪਹਿਲਾ। ਨਾ ਰਿਜਕ ਦਸਤ ਆਕਸੇ, हमारा एक आस बसे। रिज्क जो है उना उपभोक्ता का किसी के हथ नहीं है, तमाम को एक तेरी आस है। रिज्क सबना नू तू दिंदा है, रोजी राज बलोकत राज करोक रोहान की रोजी ना तू सबना नू रोजी दिंदा। दद्दा दाता एक है सबको देवन हार, देंदा टोट ना आवे अगंत भरे भंडार, तेरे भंडारे भरे पए। ना रिजक दस्त आकसे, हमारा एक आस बसे। सबना नू तेरी आस, तेरे ते जोत कि रोजी तू सबना नू दिंदा है। रोजी ही राज बलोकत राज रोख रोहान की रोजी ना ढारै, तू सबना नू दिंदा है। अस्त एक दिगर कोई, एक तुई एक तुई। एक तू ही है, दूजा कौन है। तिन्ना कालां विच एक तू ही तू है, तू करन खाल समरथ है। महला पहला। अंदर ऐन गिरा जर, दरख्त आब आस कर। रंदेन गिरा जर, पंछियां दे गाठ विच धन नहीं। रंदे पंछी दरख्त पानी की आस करते, बिरख जल की आस करते, बिरख पानी ये भी तेरी आसा करते। दरख्त आप आस कर, देखंद सोई एक तुई एक तुई। जिस तैने उत्पन्न कीते नहीं, सोई तू दिंदा है सबनूं। तिन्ना कालां विच एक तू ही तू है। महला पहला। नानक लैलार लिखिया सोए, मेट न साकै कोय। जो तैं मस्तक विच लिखिया है मेरे परिपूर्ण परमात्मा, नू कोई मेट नहीं सकता। कला धरै हिरै सोई, एक तुई एक तुई। तू ही प्राण कला नू धारदा है, सोई तू निकाल लैंदा। तिन्ना कालां विच एक तू ही तू। पौड़ी सच्चा तेरा हुक्म गुरमुख जानिया, गुरमती आप गवाए सच पछाणिया। ही मेरे परवरदिगार, तेरा सच्चा हुक्म गुरमुखा ने जानिया, गुरमतियां ने हंकार नू गवा के सच रूप तैनू पहचान दे। सच तेरा दरबार सबद निशानिया। तेरा सच्चा स्वरूप है, शब्द ब्रह्म रूप तू प्रगट है, उपदेश करके प्रगट होगा। ये वचन वेद विच भी प्रगट नहीं। सच्चा शब्द विचार सच समानिया। ही सच रूप ब्रह्म जिन्हां ने तेरा विचार किया, हे सच रूप तेरे विच समा गए। मन मुख सदा कूड़ियार भरम भुलाणिया। दृष्टांतर वास साधना जानिया। मन मुख झूठे भरम करके भुले हुए फिरते हैं, क्योंकि विष्टा रूपमंद कर्मां विच माता के गर्भ विच सदा वसे। तेरा आनंद नहीं जानिया उन्होंने।
ਬਿਨ ਨਾਵੈ ਦੁਖ ਪਾਏ ਆਵਣ ਜਾਣਿਆ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਨਮ ਮਰਨ ਦਾ ਦੁੱਖ ਪਾਉਂਦੇ ਨੇ। ਸਰਾਪ ਵਤ ਤੂੰ ਆਪ ਹੀ ਖੋਟੇ ਖਰੇ ਨੂੰ ਤੈਨੇ ਆਪ ਪਹਿਚਾਣਿਆ। ਨਾਨਕ ਪਾਰਖ ਆਪ, ਕਿਉਂਕਿ ਪਰਮੇਸ਼ਰ ਬੜਾ ਪਾਰਖੂ ਹੈ। ਜਿਹਨੇ ਖੋਟਾ ਖਰਾ ਪਛਾਣਿਆ, ਖੋਟਿਆਂ ਦੇ ਖਰਿਆਂ ਦੀ ਪਰਖ ਸਵੈਮ ਕਰਦਾ ਹੈ। ਸਲੋਕ ਮਹਲਾ ਪਹਿਲਾ। ਸਿੰਘਾਂ ਬਾਜਾਂ ਚਰਗਾਂ ਕੋਹੀਆਂ ਇਨਾ ਖਵਾਲੇ ਕਾ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਰਿਪੂਰਨ ਵਾਹਿਗੁਰੂ ਦੀ ਬੇਅੰਤਤਾ ਦਿਖਾਉਂਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ ਕਿ ਕੈਸਾ ਉਹ ਮਾਲਕ ਸਮਰੱਥ ਹੈ। ਸਿੰਘਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਕਾ। ਹੇ ਮਹਾਰਾਜ, ਸ਼ੇਰਾਂ ਨੂੰ, ਬਾਜਾਂ ਨੂੰ, ਚਰਗਾਂ ਕੋਹੀਆਂ ਇਤਿਆਦਿਕ ਮਾਸ ਆਹਾਰੀਆਂ ਨੂੰ ਚਾਹੇ ਤੋਂ ਘਾਹ ਵੀ ਖਵਾਲ ਦੇਵੇ। ਘਾਓ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਜੋ ਘਾਹ ਖਾਣ ਵਾਲੇ ਨੇ ਤੇ ਇਹਨਾਂ ਨੂੰ ਮਾਸ ਖਿਲਾ ਦਿੰਦਾ। ਇਹ ਰਸਤੇ ਚਲਾਵਣੇ ਨੂੰ ਹੇ ਮੇਰੇ ਪਰਵਰਦਗਾਰ ਤੂੰ ਸਮਰੱਥ ਹੈ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ। ਨਦੀਆਂ ਦੇ ਵਿੱਚ ਟਿੱਬੇ ਦਿਖਾਲ ਦਿੰਦਾ, ਥਲਾਂ ਦੇ ਵਿੱਚ ਅਥਾਹ ਜਲ ਚੜਾ ਦਿੰਦਾ। ਕੀੜਾ ਥਾਪ ਦੀ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਤੁਛ ਜੀਵ ਨੂੰ ਪਾਤਸ਼ਾਹੀ ਤਖਤ ਪਰ ਥਾਪ ਦੇਵੇ, ਕਿਉਂਕਿ ਉਹ ਜਗਤ ਦਾ ਮਾਲਕ ਹੈ। ਉਹ ਚਾਹੇ ਖਿੰਨ ਪਲ ਵਿੱਚ ਕੀੜੇ ਨੂੰ ਪਾਤਸ਼ਾਹ ਨੂੰ ਰਾਖ ਵਿੱਚ ਮਿਲਾ ਦਿੰਦਾ ਹੈ। ਲਸ਼ਕਰਾਂ ਨੂੰ ਚਾਹੇ ਭਸਮ ਕਰ ਦੇਵੇ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਗਾਇਨ ਕਰ ਰਹੇ ਸਨ। ਸ਼ਬਦ ਦਾ ਭੋਗ ਪਿਆ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਪਾਤਸ਼ਾਹ ਕੀੜਾ ਕਿਵੇਂ ਪਾਤਸ਼ਾਹੀ ਕਰ ਲਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਤੂੰ ਦੇਖਣਾ ਚਾਹੁੰਦਾ ਹੈ ਜਿੱਥੇ ਕੀੜਿਆਂ ਦੀ ਪਾਤਸ਼ਾਹੀ ਚੱਲਦੀ ਹੈ? ਹਾਂ ਸਤਿਗੁਰੂ ਦਿਖਾਓ। ਸਭ ਕੀੜੇ ਹੀ ਕੀੜੇ। ਭਾਈ ਮਰਦਾਨਾ ਬੜਾ ਭੈ ਭੀਤ ਹੋਇਆ, ਦੇਖਿਆ ਸਤਿਗੁਰੂ ਇਹ ਧਰਤੀ ਵੀ ਕਾਲੀ ਹੈ, ਰੁੱਖ ਵੀ ਨੇ ਕਾਲੇ ਹੀ ਕਾਲੇ। ਉਹ ਕੀੜਿਆਂ ਤੋਂ ਬਿਨਾਂ ਕੋਈ ਮਨੁੱਖ ਹੀ ਨਹੀਂ ਇੱਥੇ ਕੋਈ ਆਇਆ ਵੀ ਹੈ ਜਾਂ ਨਹੀਂ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਇੱਕ 92 ਕੂਣੀਆ ਰਾਜਾ ਉਸਦੀ ਤੈਨੂੰ ਗਾਥਾ ਸੁਣਾਉਂਦੇ। ਉਹ ਇਸ ਕੀੜੀ ਦੇ ਬਾਦਸ਼ਾਹ ਬਹੁਤ ਵੱਡਾ ਰਾਜਾ ਸੀ। ਜੰਗ ਜਿੱਤ ਕੇ ਇੱਥੋਂ ਦੀ ਲੰਘ ਰਿਹਾ ਸੀ ਕਿ ਇਸ ਕੀੜੀ ਦਾ ਇਹ ਨਿਯਮ ਹੈ ਜੋ ਇੱਥੋਂ ਦੀ ਲੰਘੇਗਾ ਇਸਦੇ ਰਾਜ ਦੇ ਵਿੱਚ ਦੀ ਇਸਦਾ ਇਉਂ ਮੰਨਣਾ ਪੈਂਦਾ। ਜਦੋਂ ਕੀੜੀ ਨੇ ਆਖਿਆ, ਰਾਜਨ ਮੇਰਾ ਇਹ ਨਿਯਮ, ਮੇਰੀ ਮਰਿਆਦਾ, ਜਲ ਪ੍ਰਸ਼ਾਦਾ ਸਭ ਛਕ ਕੇ ਜਾਣ, ਫਿਰ ਅੱਗੇ ਜਾਣ, ਜਾਂ ਯੁੱਧ ਸਾਡੇ ਨਾਲ ਕਰ।
ਰਾਜਾ ਬੜਾ ਹੰਕਾਰੀ ਸੀ, 92 ਕੂਣੀਆਂ ਰਾਜਾ। ਰਾਜਾ ਨਾ ਮੰਨਿਆ ਤੇ ਤੂੰ ਕੀੜੀ ਮੈਂ ਵੱਡਾ ਰਾਜਾ। ਜੰਗ ਦਾ ਐਲਾਨ ਹੋ ਗਿਆ। ਕੀੜੀ ਨੇ ਹੁਕਮ ਦਿੱਤਾ, ਕੀੜੀਆਂ ਗਈਆਂ ਪਤਾਲ ਚੋਂ ਵਿਖ ਲਿਆਈਆਂ, ਸਭ ਸੈਨਾ ਤਤਕਾਲ ਮ੍ਰਿਤੂ ਹੋ ਗਈ, ਕੇਵਲ ਰਾਜਾ ਰਹਿ ਗਿਆ। ਤੇ ਰਾਜੇ ਨੇ ਹੱਥ ਜੋੜ ਲਏ, ਕੀੜੀ ਨੂੰ ਆਖਿਆ ਤੇਰਾ ਇਉਂ ਤਾਂ ਮੰਨਾਂਗਾ, ਮੇਰੀ ਸੈਨਾ ਜੀਵਤ ਕਰ ਦਿਓ। ਤਤਕਾਲ ਕੀੜੀ ਨੇ ਹੁਕਮ ਦਿੱਤਾ, ਪਤਾਲ ਚੋਂ ਅੰਮ੍ਰਿਤ ਲੈ ਆਓ, ਸਾਰੀ ਸੈਨਾ ਜੀਵਤ ਹੋ ਗਈ। ਫਿਰ ਪ੍ਰਸ਼ਾਦ ਛਕਿਆ, ਠੰਡਾ ਸੀ ਪ੍ਰਸ਼ਾਦਾ। ਉਹ ਘੋੜਿਆਂ ਨੇ ਪੱਠੇ ਆਲੇ ਖਾਧੇ, ਉਹ ਵੀ ਮਿੱਧੇ। ਰਾਜੇ ਨੇ ਸਵਾਲ ਕੀਤਾ ਕੀੜੀ ਨੂੰ। ਕੀੜੀ ਕਹਿਣ ਲੱਗੀ, ਰਾਜਨ ਮੈਂ ਦੁਬਾਰਾ ਯਾਦ ਨਹੀਂ ਕੀਤਾ ਪ੍ਰਸ਼ਾਦਾ। ਪਹਿਲਾਂ ਵੀ ਇੱਕ ਰਾਜਾ ਇੱਥੋਂ ਦੀ ਲੰਘ ਕੇ ਗਿਆ, ਉਸਦਾ ਬਚਿਆ ਹੋਇਆ ਤੈਨੂੰ ਛਕਾਇਆ। ਤੂੰ ਦੇਖਣੇ ਚਾਹੁੰਦਾ ਹੈ ਅਨਾਜ। ਤੇ ਕੀੜੀ ਨੇ ਉਸ ਰਾਜੇ ਨੂੰ, ਜੋ 92 ਕੂਣੀਆਂ ਰਾਜਾ ਸੀ, ਖਾਏ ਅਨਾਜ, ਭੰਡਾਰ ਅਨਾਜਾਂ ਦੇ। ਰਾਜਾ ਬੜਾ ਅਚਰਜ ਹੋਇਆ ਦੇਖ ਕੇ, ਇਤਨੇ ਵੱਡੇ। ਸਭ ਹੰਕਾਰ ਉਸ ਰਾਜੇ ਦਾ ਥੱਲੇ ਰਹਿ ਗਿਆ, ਕਿਉਂਕਿ ਉਹ ਮਾੜਾ ਐਸਾ ਸਮਰੱਥ ਵਾਹਿਗੁਰੂ ਹੈ, ਜੋ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੋਆ। ਕਿਨ ਪਲ ਵਿੱਚ ਤੁਸ਼ ਕੀੜੀ ਨੇ ਰਾਜੇ ਨੂੰ ਰਾਖ ਵਿੱਚ ਮਿਲਾ ਦਿੱਤਾ, ਕਿਉਂਕਿ ਉਹ ਵੱਡਾ ਮਾਲਕ ਸਮਰੱਥ ਹੈ ਕਰਨਹਾਰ। ਜੇ ਤੇ ਜੀ ਜੀਵੈ ਲੈ ਸਾਹਾ, ਜੀਵਾਲੇ ਤਾਂ ਕਿਆ ਆਸਾਹ। ਪਾਤਸ਼ਾਹ ਫਰਮਾਉਂਦੇ, ਜਿਤਨੇ ਜੀਵ ਨੇ ਸੋ ਸਵਾਸਾਂ ਨੂੰ ਲੈ ਕੇ ਜਿਉਂਦੇ ਨੇ। ਕਾ ਸਵਾਸਾਂ ਤੋਂ ਬਿਨਾਂ ਜਵਾਲੇ ਤੋਂ ਕਿਆ ਆਸ਼ਚਰਜ ਹੈ, ਕਿਉਂਕਿ ਉਹ ਮਾਲਕ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਬਿਨਾਂ ਸਵਾਸਾਂ ਤੋਂ ਵੀ ਉਹ ਰੱਖ ਸਕਦਾ ਹੈ। ਰੰਕ ਰਾਜੇ ਨੂੰ ਰੱਖਿਆ ਸੀ ਭਗਵਾਨ ਨੇ, ਬਿਨਾਂ ਸਵਾਸਾਂ ਤੋਂ ਸਾਰਾ ਮਹਾਭਾਰਤ ਦੇਖਿਆ, ਕਿਉਂਕਿ ਉਹ ਮਾਲਕ ਹੈ, ਸਮਰੱਥ ਹੈ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇਗ ਰਾਹ। ਜੈਸੇ ਜੈਸੇ ਹੀ ਸੱਚੇ ਮੇਰੇ ਪਰਵਰਦਗਾਰ ਤੈਨੂੰ ਪਾਉਂਦਾ ਹੈ, ਤੈਸੇ ਤੈਸੇ ਹੀ ਭੋਜਨ ਦੇ ਗਰਾਸ ਦਿੰਦਾ, ਭਾਵ ਕਿ ਸਭ ਕੁਝ ਆਪ ਦੇ ਅਧੀਨ ਹੈ। ਮਹੱਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛਤੀ ਅੰਮ੍ਰਿਤ ਪਾਹੇ। ਇੱਕ ਮਾਸ ਦਾ ਆਹਾਰ ਕਰਦੇ ਨੇ, ਇੱਕ ਘਾਸ ਖਾਂਦੇ ਨੇ। ਇੱਕ ਨਾਲ ਅੰਮ੍ਰਿਤ ਰੂਪ ਬਹੁਤ ਪ੍ਰਕਾਰ ਦੇ ਭੋਜਨ ਪ੍ਰਾਪਤ ਹੁੰਦੇ ਨੇ। ਇੱਕ ਮਿਟੀਆ ਮਹਿ ਮਿਟੀਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ। ਇੱਕ ਬਹੁਤ ਪ੍ਰਕਾਰਾਂ ਦੇ ਜੀਵ ਮ੍ਰਿਤਕਾਂ ਵਿੱਚ ਰਹਿੰਦੇ ਹੋਏ ਮ੍ਰਿਤਕਾਂ ਖਾਂਦੇ ਨੇ। ਇੱਕ ਪੌਣ ਦੀ ਗਿਣਤੀ ਕਰਨ ਵਾਲੇ ਪੌਣ ਦੇ ਗਿਣਦੇ ਨੇ। ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨਾ ਕੋਇ। ਇੱਕ ਨਿਰਅਕਾਲ ਦੇ ਪਿਆਰੇ ਨਾਮ ਦਾ ਆਸਰਾ ਰੱਖਦੇ ਨੇ। ਸਭ ਨੂੰ ਪਰਮੇਸ਼ਰ ਮੇਰੇ ਵਾਹਿਗੁਰੂ ਤੂੰ ਜੋ ਜੀਵਦਾ, ਇਸ ਤੇ ਆਹਾਰ ਬਿਨਾਂ ਕੋਈ ਨਹੀਂ ਮਰਦਾ। ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ। ਜਿਨ੍ਹਾਂ ਦੇ ਮਨ ਵਿੱਚ ਜੋ ਰਿਜ਼ਕ ਦਾਤਾ ਨਹੀਂ, ਸੋ ਵਿਕਾਰਾਂ ਵਿੱਚ ਲੁੱਟੇ ਹੋਏ ਪਰਲੋਕ ਵਿੱਚ ਜਾਂਦੇ ਨੇ, ਭਾਵ ਉਹ ਠੱਗੇ ਗਏ ਨੇ। ਪੌੜੀ ਪੂਰੇ ਗੁਰ ਕੀ ਕਾਰ, ਕਰਮ ਕਮਾਈਐ। ਗੁਰਮਤੀ ਆਪ ਗਵਾਏ ਨਾਮ ਧਿਆਈਐ। ਪੂਰੇ ਗੁਰੂ ਦੀ ਸੇਵਾ ਉੱਤਮ ਕਰਮਾਂ ਕਰਕੇ ਕਮਾਈ ਜਾਂਦੀ, ਔਰ ਗੁਰੂ ਦੀ ਸਿੱਖਿਆ ਲੈ ਕੇ ਹੰਕਾਰ ਨੂੰ ਗਵਾ ਕੇ ਨਾਮ ਦਾ ਧਿਆਵਨਾ ਕਰੀਏ। ਦੂਜੀ ਕਾਰੈ ਲਗ ਜਨਮ ਗਵਾਈਐ, ਬਿਨ ਨਾਵੈ ਸਭ ਵਿਸ ਭੈਜੈ ਖਾਈਐ। ਸੀ ਕਾਲ ਵਿੱਚ ਲੱਗ ਕੇ ਜਨਮ ਨੂੰ ਗਵਾਈ ਦਾ। ਪਰਮੇਸ਼ਰ
जो कुछ पहर ना खाना सब जहर दे समुख है। सच्चा शब्द सलाहे सच समाइए। सच्चा उपदेश ब्रह्म ਨੂੰ ਸਲਾਹਣਾ ਕਰਕੇ ਸੱਚ ਵਿੱਚ ਸਮਾ ਜਾਈਦਾ। ਬੈਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਬਿਰ ਬਿਰ ਆਈਐ। ਸਤਿਗੁਰੂ ਦੇ ਸੇਵੇ ਤੋਂ ਬਿਨਾਂ ਸੁੱਖਾਂ ਵਿੱਚ ਸਥਿਤੀ ਨਹੀਂ ਹੁੰਦੀ, ਵਾਰੰਵਾਰ ਜਨਮੀ ਦਾ। ਦੁਨੀਆ ਖੋਟੀ ਰਾਸ ਕੂੜ ਕਮਾਈਐ। ਨਾਨਕ ਸੱਚ ਖਰਾ ਸਲਾਹੀ ਪਤ ਸਿਉ ਜਾਈਐ। ਸੰਸਾਰ ਦੀ ਪੂੰਜੀ ਖੋਟੀ ਹੈ, ਵਿਸ਼ਿਆਂ ਵਿੱਚ ਸ਼ਰਧਾ, ਝੂਠੇ ਕਰਮ ਕਰਦੇ। ਸ਼ੁੱਧ ਰੂਪ ਸੱਚੇ ਨੂੰ ਸਲਾਹ ਕੇ ਪਤ ਸਿਉ ਜਾਈਦਾ। ਸੱਚੇ ਵਾਹਿਗੁਰੂ ਦੇ ਗੁਣ ਗਾਈਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ, ਸਤਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ